हाँ जी प्लस टू क्लास ਜਿਹੜਾ ਆਪਾਂ ਅੱਜ 5th ਟੌਪਿਕ ਕਰਨਾ ਬੇਟਾ ਆਰਗੇਨਾਈਜੇਸ਼ਨ ਵਾਲੇ ਚੈਪਟਰ ਦਾ 5th ਟੌਪਿਕ ਹੈ ਪ੍ਰਿੰਸੀਪਲਸ ਆਫ ਆਰਗੇਨਾਈਜੇਸ਼ਨ ਦੇ ਪ੍ਰਿੰਸੀਪਲ ਕਿਹੜੇ ਨੇ ਉਹ ਆਪਾਂ 1 ਬਾय 1 ਡਿਸਕਸ ਕਰਾਂਗੇ। ਫਸਟ ਦੇਖੋ ਪ੍ਰਿੰਸੀਪਲ ਆਫ ਆਬਜੈਕਟਿਵ। A common objective or goal should be set up for the whole of the organization। ਸਾਰੀ ਸੰਸਥਾ ਸਾਰੀ ਆਰਗੇਨਾਈਜੇਸ਼ਨ ਦੇ ਲਈ ਇੱਕ ਕਾਮਨ ਗੋਲ ਇੱਕ ਕਾਮਨ ਆਬਜੈਕਟਿਵ ਸੈਟਅਪ ਕੀਤਾ ਜਾਣਾ ਚਾਹੀਦਾ। All activities of the organization must aimed at to achieve that common goal। ਸੋ ਜਿੰਨੀਆਂ ਵੀ ਉਸ ਆਰਗੇਨਾਈਜੇਸ਼ਨ ਦੇ ਵਿੱਚ ਐਕਟੀਵਿਟੀਜ਼ ਮਤਲਬ ਕੰਮ ਹੁੰਦੇ ਆ ਉਹ ਸਾਰੇ ਕੰਮ ਇਸ ਚੀਜ਼ ਨੂੰ ਏਮ ਰੱਖ ਕੇ ਜਾਂ ਇਸ ਚੀਜ਼ ਨੂੰ ਦਿਮਾਗ 'ਚ ਰੱਖ ਕੇ ਹੋਣੇ ਚਾਹੀਦੇ ਆ ਕਿ ਅਸੀਂ ਕਾਮਨ ਗੋਲ ਨੂੰ ਅਚੀਵ ਕਰਨਾ। In the absence of common goal, different goals may be set up by the various departments which may be conflicting। ਕਹਿੰਦੇ ਜਦੋਂ ਆਪਣੇ ਕੋਲੇ ਇੱਕ ਕਾਮਨ ਗੋਲ ਨਹੀਂ ਹੋਊਗਾ ਤਾਂ ਡਿਫਰੈਂਟ ਡਿਪਾਰਟਮੈਂਟ ਆਪਦੇ ਗੋਲ ਰੱਖ ਲੈਣਗੇ। ਸੋ ਜਿਹਦੇ ਕਰਕੇ ਕੀ ਹੋ ਜਾਊਗਾ ਕਨਫਲਿਕਟ ਆਪਣੇ ਕ੍ਰੀਏਟ ਹੋ ਜਾਊਗਾ ਬ੍ਰੇਨ ਦੇ ਵਿੱਚ। ਠੀਕ ਆ, ਮਤਲਬ ਆਪਣੇ ਇੱਕ ਕਨਫਿਊਜ਼ਨ ਹੋ ਜਾਊਗੀ ਦਿਮਾਗ ਦੇ ਵਿੱਚ ਕਿ ਅਸੀਂ ਕੀ ਅਚੀਵ ਕਰੀਏ ਤੇ ਕੀ ਨਾ ਕਰੀਏ। ਠੀਕ ਆ, ਸੈਕਿੰਡ ਪੁਆਇੰਟ ਦੇਖੋ ਪ੍ਰਿੰਸੀਪਲ ਆਫ ਡਿਵੀਜ਼ਨ ਆਫ ਵਰਕ ਐਂਡ ਸਪੈਸ਼ਲਾਈਜੇਸ਼ਨ। ਡਿਵੀਜ਼ਨ ਆਫ ਵਰਕ ਦਾ ਮਤਲਬ ਕੀ ਆ, ਕੰਮ ਨੂੰ ਵੰਡਣਾ। ਸਪੈਸ਼ਲਾਈਜੇਸ਼ਨ ਦਾ ਮਤਲਬ ਕੀ ਹੁੰਦਾ ਵਾ, ਜਿਹਨੂੰ ਜਿਹੜਾ ਕੰਮ ਬੈਸਟ ਆਉਂਦਾ ਉਹਦੇ ਅਕੋਰਡਿੰਗ ਕਰਵਾਉਣਾ ਕੰਮ। As per this principle, work is divided into various parts in such a way that every individual should be assigned a duty according to his skills and qualification। ਸੋ ਇਹਦੇ ਵਿੱਚ ਇਹ ਦੱਸਿਆ ਗਿਆ ਇਹ ਪ੍ਰਿੰਸੀਪਲ ਦੇ ਵਿੱਚ ਕਿ ਕੰਮ ਨੂੰ ਡਿਫਰੈਂਟ ਹਿੱਸਿਆਂ ਦੇ ਵਿੱਚ ਵੰਡ ਦੇਣਾ ਵਾ। ਕਾਹਦੇ ਬੇਸਿਸ 'ਤੇ ਡਿਊਟੀਜ਼ ਵੰਡਣੀਆਂ ਨੇ, ਜਿਵੇਂ ਕਿਸੇ ਪਰਸਨ ਦੀਆਂ ਸਕਿੱਲਸ ਨੇ, ਜਿਵੇਂ ਉਹਦੀ ਕੁਆਲੀਫਿਕੇਸ਼ਨ ਆ ਉਹਦੇ ਅਕੋਰਡਿੰਗ। ਜੇ ਕਿਸੇ ਪਰਸਨ ਦੀ ਕੁਆਲੀਫਿਕੇਸ਼ਨ ਜਾਂ ਸਕਿੱਲਸ ਬਹੁਤ ਵਧੀਆ ਨੇ ਤਾਂ ਉਹਨੂੰ ਬਹੁਤ ਹੀ ਵਧੀਆ ਕੰਮ, ਠੀਕ ਆ, ਨਹੀਂ ਤਾਂ ਉਸ ਤੋਂ ਲੋਅਰ ਲੈਵਲ ਦਾ ਕੰਮ ਉਹਨੂੰ ਵੰਡ ਕੇ ਦੇਣਾ ਚਾਹੀਦਾ। ਸੋ ਇਟ ਲੀਡਸ ਟੂ ਐਫੀਸ਼ੀਐਂਸੀ ਐਂਡ ਕੁਆਲਿਟੀ। ਇਹਦੇ ਨਾਲ ਜਿਹੜੀ ਐਫੀਸ਼ੀਐਂਸੀ ਵੀ ਆਊਗੀ ਵਰਕ ਦੇ ਵਿੱਚ ਅਤੇ ਕੰਮ ਜਿਹੜਾ ਉਹ ਕੁਆਲਿਟੀ ਦਾ ਹੋਊਗਾ। ਹੁਣ ਇਹਦੇ 'ਚ ਇੱਕ ਐਗਜ਼ਾਮਪਲ ਲੈ ਲਓ, ਇੱਕ ਪਰਸਨ ਆ ਉਹਨੂੰ ਉਹ ਕੰਮ ਕਰਨਾ ਨਹੀਂ ਆਉਂਦਾ ਬਟ ਆਪਾਂ ਉਹਨੂੰ ਉਹ ਕੰਮ ਦੇਤਾ ਡਿਵਾਈਡ ਕਰਕੇ, ਠੀਕ ਆ, ਤਾਂ ਉਹ ਉਸਨੂੰ ਨਹੀਂ ਕਰ ਸਕੂਗਾ। ਠੀਕ ਆ ਜੀ। ਹੁਣ ਇੱਕ ਪਰਸਨ ਆ ਬਹੁਤ ਹੀ ਹਾਈਲੀ ਸਕਿਲਡ ਆ, ਉਹਨੂੰ ਬਹੁਤ ਲੋਅਰ ਲੈਵਲ ਦਾ ਦੇਤਾ ਤਾਂ ਉੱਥੇ ਵੀ ਸਾਡੀ ਕੀ ਹੋਊਗੀ, ਜਿਵੇਂ ਆਪਾਂ ਕਹਿੰਦੇ ਨੁਕਸਾਨ ਹੋਊਗਾ ਸਾਡੀ ਆਰਗੇਨਾਈਜੇਸ਼ਨ। ਠੀਕ ਆ। ਥਰਡ ਪੁਆਇੰਟ ਦੇਖੋ ਪ੍ਰਿੰਸੀਪਲ ਆਫ ਯੂਨਿਟੀ ਆਫ ਕਮਾਂਡ। ਦੇਖੋ ਇੱਦਾਂ ਇਹ ਪ੍ਰਿੰਸੀਪਲ ਆਪਾਂ ਪਹਿਲਾਂ ਵੀ ਜਿਹੜੇ 14 ਪ੍ਰਿੰਸੀਪਲ ਉਹਨਾਂ 'ਚ ਪੜ੍ਹ ਚੁੱਕੇ ਹਾਂ, ਤਕਰੀਬਨ ਉਹਦੇ ਨਾਲ ਸੇਮ ਹੀ ਨੇ ਇਹ। As per this principle, one person should receive order from only one superior। ਜਿਹੜਾ ਪ੍ਰਿੰਸੀਪਲ ਇਹ ਵਾਲਾ ਯੂਨਿਟੀ ਆਫ ਕਮਾਂਡ ਵਾਲਾ ਇਹ ਦੱਸਦਾ ਕਿ ਇੱਕ ਪਰਸਨ ਇੱਕ ਹੀ ਬੌਸ ਤੋਂ ਜਾਂ ਇੱਕ ਹੀ ਸੁਪੀਰੀਅਰ ਤੋਂ ਆਰਡਰ ਰਿਸੀਵ ਕਰੇ। ਇਫ ਦੇਅਰ, ਇੱਥੇ ਦੀਜ਼ ਨਹੀਂ ਹੈਗਾ, ਇੱਥੇ ਦੇਅਰ ਕਰ ਲਿਓ। ਇਫ ਦੇਅਰ ਆਰ more superiors then orders will be contradictory and worker will not be in a position to understand whose orders to be followed। ਕਹਿੰਦੇ ਜੇ ਇੱਕ ਤੋਂ ਜ਼ਿਆਦਾ ਸੁਪੀਰੀਅਰ ਹੋਣਗੇ ਤਾਂ ਕੀ ਹੋ ਜਾਊਗਾ, ਇੱਕ ਦਾ ਆਰਡਰ ਦੂਜੇ ਦੇ ਨਾਲ ਕੀ ਹੋ ਜਾਊਗਾ, ਵੀ ਆਪਾਂ ਕਹਿ ਦਈਏ ਕਨਫਲਿਕਟ ਕਰੂਗਾ ਜਾਂ ਆਪਾਂ ਕਹਿ ਦਈਏ ਵੀ ਕਨਫਿਊਜ਼ਨ ਕ੍ਰੀਏਟ ਹੋਊਗੀ ਉਹ ਚੀਜ਼ ਨਾਲ, ਅਤੇ ਵਰਕਰਸ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਆ ਜਾਣਗੇ, ਉਹਨਾਂ ਨੂੰ ਪਤਾ ਨਹੀਂ ਲੱਗੂਗਾ ਕਿ ਅਸੀਂ ਕਿਹਦਾ ਆਰਡਰ ਫੋਲੋ ਕਰੀਏ ਅਤੇ ਕਿਹਦਾ ਨਾ ਕਰੀਏ। ਠੀਕ ਆ। फोर्थ पॉइंट है प्रिंसिपल ऑफ यूनिटी ऑफ डायरेक्शन। दिस प्रिंसिपल स्टेट्स दैट देयर शुड बी वन हैड एंड वन प्लान। ਇੱਕੋ ਹੀ ਜਾਣੀ ਕਿ ਹੈਡ ਹੋਣਾ ਚਾਹੀਦਾ, ਇੱਕੋ ਹੀ ਪਲਾਨ ਹੋਣੇ ਦਾ ਮਤਲਬ ਸਮਝ ਲਓ ਫॉर अ ग्रुप ऑफ एक्टिविटीज़ हैविंग सेम ऑब्जेक्टिव। ਇਹਦਾ ਮੀਨਿੰਗ ਕੀ ਆ, ਅਸੀਂ ਇੱਕੋ ਹੀ ਦਿਸ਼ਾ ਦੇ ਵੱਲ ਨੂੰ ਜਾਣ ਦੇ ਲਈ ਕੀ ਕਰਨੀ ਆ, ਕੋਸ਼ਿਸ਼ ਕਰਨੀ ਆ। ਜਿੰਨੀਆਂ ਵੀ ਡਿਫਰੈਂਟ ਐਕਟੀਵਿਟੀਜ਼ ਕਰ ਰਹੇ ਹਾਂ, ਮੰਨ ਲਓ ਇੱਕ ਕੰਮ ਨੂੰ ਅਚੀਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਠੀਕ ਆ, ਅਲੱਗ ਲੋਕ ਕੰਮ ਕਰ ਰਹੇ ਆ ਬਟ ਉਹਨਾਂ ਦਾ ਮੋਟਿਵ ਕੀ ਹੋਣਾ ਚਾਹੀਦਾ ਵੀ ਇੱਕੋ ਹੀ ਪਲਾਨ ਦੇ ਹਿਸਾਬ ਨਾਲ ਅਸੀਂ ਆਹ ਟਾਰਗੇਟ ਅਚੀਵ ਕਰਨਾ। ਐਨ ਆਰਗੇਨਾਈਜੇਸ਼ਨ ਹੈਵਿੰਗ ਡਿਫਰੈਂਟ ਪਲਾਨਸ ਔਰ ਮੋਰ ਦੈਨ ਵਨ ਹੈਡ ਕੈਨੋਟ ਅਚੀਵ ਦ ਡਿਜ਼ਾਇਰਡ ਰਿਜ਼ਲਟਸ। ਜੇ ਸਾਡੇ ਪਲਾਨ ਡਿਫਰੈਂਟ ਹੋਣਗੇ, ਇੱਕੋ ਜਿਹੇ ਨਹੀਂ ਹੋਣਗੇ ਤਾਂ ਇਹਦੇ ਨਾਲ ਕੀ ਆ, ਜੋ ਅਸੀਂ ਚਾਹੁੰਦੇ ਹਾਂ ਰਿਜ਼ਲਟ ਉਹ ਅਸੀਂ ਅਚੀਵ ਨਹੀਂ ਕਰ ਸਕਦੇ। ਫਿਫਥ ਪੁਆਇੰਟ ਦੇਖੋ ਪ੍ਰਿੰਸੀਪਲ ਆਫ ਪਿਓਰਿਟੀ ਐਂਡ ਅਥਾਰਟੀ ਐਂਡ ਪਿਓਰਿਟੀ ਆਫ ਅਥਾਰਟੀ ਐਂਡ ਰਿਸਪੌਂਸਿਬਿਲਿਟੀ। ਇਹਦੇ ਵਿੱਚ ਕੀ ਆ, ਐਜ਼ ਪਰ ਦਿਸ ਪ੍ਰਿੰਸੀਪਲ ਅਥਾਰਟੀ ਐਂਡ ਰਿਸਪੌਂਸਿਬਿਲਿਟੀ ਸ਼ੁੱਡ ਗੋ ਸਾਈਡ ਬਾਏ ਸਾਈਡ। ਮਤਲਬ ਜਿਹੜੇ ਪਰਸਨ ਨੂੰ ਅਸੀਂ ਅਥਾਰਟੀ ਦੇ ਰਹੇ ਹਾਂ, ਮਤਲਬ ਪਾਵਰ ਦੇ ਰਹੇ ਹਾਂ, ਉਹਨੂੰ ਰਿਸਪੌਂਸਿਬਿਲਿਟੀ ਵੀ ਨਾਲ ਦੀ ਨਾਲ ਦਿੰਦੇ ਜਾਈਏ। ਠੀਕ ਆ। ਮਤਲਬ ਕੀ ਹੁੰਦਾ ਰਿਸਪੌਂਸਿਬਿਲਿਟੀ ਦਾ, ਜ਼ਿੰਮੇਵਾਰੀ। ਅਥਾਰਟੀ ਵਿਦਾਊਟ ਰਿਸਪੌਂਸਿਬਿਲਿਟੀ ਲੀਡਸ ਟੂ ਇਰਰਿਸਪੌਂਸਿਬਲ ਬਿਹੇਵੀਅਰ। ਹੁਣ ਕਿਸੇ ਪਰਸਨ ਨੂੰ ਪਾਵਰ ਦੇਤੀ,
ठीक है, बट उन्होंने जिम्मेवारी नहीं सौंपी, रिस्पॉन्सिबिलिटी नहीं दी, तो उनका बिहेवियर की हो जाऊगा, इररिस्पॉन्सिबल हो जाऊगा। एंड रिस्पॉन्सिबिलिटी विदाउट अथॉरिटी मेक्स अ परसन इनइफेक्टिव। तो किसी परसन को जिम्मेवारी तो देती भी तेरे आ काम तेरा किया होना चाहिए, पर वो कला किमें करूगा क्योंकि वो अथॉरिटी नहीं सी किसी होर तो करवाउण दी, तो वो इनइफेक्टिव हो जाऊगा। सो द परसन हू डेलीगेट्स अथॉरिटी ऑल्सो रिमेन रिस्पॉन्सिबल। सो जिहड़ा परसन जिन्होंने आप अथॉरिटी दे रहे हैं तो उनकी रिस्पॉन्सिबिलिटी भी सानू फिक्स करनी चाहिए आ। रिस्पॉन्सिबिलिटी कैन नॉट बी डेलीगेटेड टू अदर परसन। जिहड़ी जिम्मेवारी है वो दूजे के उपर असीं डेलीगेट नहीं कर सकते, हाँ असीं अथॉरिटी नूं जरूर डेलीगेट कर सकते हैं। 6th पॉइंट देखो, प्रिंसिपल्स ऑफ डेफिनेशंस। एज पर दिस प्रिंसिपल द स्कोप ऑफ अथॉरिटी एंड रिस्पॉन्सिबिलिटी शुड बी क्लीयरली डिफाइंड। ये दस्या गया कि किहड़े परसन कोले किन्नी क अथॉरिटी आ, स्कोप मतलब दायरा, उहदी किन्नी क पावर आ या उहदी किन्नी क जिम्मेवारी बनती आ, ये क्लीयरली डिफाइंड होना चाहिए। एवरी वन शुड बी क्लीयर अबाउट हिज रोल एंड ड्यूटीज़ इन द ऑर्गेनाइजेशन। हर एक परसन नूं आपदी ऑर्गेनाइजेशन दे विच भी मेरा की रोल है तो मेरिया की ड्यूटीज़ ने क्लीयर होनी चाहिए ने। इफ नो वन इज़ क्लीयर अबाउट हिज पोजीशन इन द ऑर्गेनाइजेशन दैन नो वन कैन बी हैल्ड रिस्पॉन्सिबल। हुण जे किसी परसन नूं पता ही नहीं होगा कि मेरी जिम्मेवारी की है ऑर्गेनाइजेशन दे विच, तां असीं किसी नूं कह भी नहीं सकते भी तू रिस्पॉन्सिबल है इहदे। ठीक है, नैक्सट है प्रिंसीपल ऑफ स्पैन ऑफ कंट्रोल। स्पैन ऑफ कंट्रोल च की आ, इट मीनस द नंबर ऑफ परसनस a manager or supervisor can supervise और डायरैक्ट। हुण इहदे विच की आ कंट्रोल दे विच, इहदे विच असीं गिणती फिक्स कर देनी आ भी एक सुपरवाइजर जां एक मैनेजर इन्ने लोकां नूं डायरैक्ट कर सकदा। नो मैनेजर और सुपरवाइजर शुड बी रिक्वायर्ड टू सुपरवाइज मोर सबॉर्डीनेट्स दैन हिज एबिलिटी टू सुपरवाइज। हुण एक परसन आ बहुत इफैक्टिवली तरीके नाल 6 जणिਆਂ ਨੂੰ कंट्रोल कर सकदा ਜਾਂ 7 ਨੂੰ कंट्रोल कर सकदा, बट जे आपां ਉਹਦੇ ਕੋਲ 20 ਜਾਂ 100 ਜਾਂ ਇਸ ਤੋਂ ਜ਼ਿਆਦਾ परसन एक परसन ਦੇ अंडर कर दईए ਤਾਂ ਉਹ एफिशिएंटली ਉਹਨਾਂ ਨੂੰ ਕੀ ਕਰ ਸਕਦਾ, कंट्रोल नहीं कर सकता। ठीक है, नैक्सट हैगा प्रिंसीपल ऑफ बैलेंस। देयर शुड बी प्रॉपर बैलेंस बिटवीन द वर्क असाइंड टू द डिफरेंट परसनस इन द ऑर्गेनाइजेशन। इफ वन परसन इज ओवरवर्कड एंड अदर इज अंडरवर्कड दैन इन बोथ केसिस वर्क विल सफर। हुण इहदे च बैलेंस की गल की गई आ भी सारिਆਂ ਨੂੰ ਵੰਡ ਕੇ बराबर काम देना चाहिए। इदां ना होवे कि एक परसन ਨੂੰ बहुत ज़्यादा काम देता तो दूजे परसन ਨੂੰ बहुत ही घੱਟ काम देता। सो ये दोनों केसिस ਦੇ ਵਿੱਚ ਜਿਹੜਾ ਸਾਡਾ ਕੰਮ ਉਹ सफर होगा। ठीक है, एक ਨੂੰ बहुत घੱਟ देता तो वह भी एफिशिएंटली काम नहीं कर रहा ਉਹਨੂੰ। ठीक है, एक ਨੂੰ बहुत ज़्यादा देता ਉਹਦੇ ਤੇ बर्डन पै जाऊगा भी मैं इन्ना किवें करा। ठीक, नैक्सट हैगा प्रिंसीपल ऑफ फ्लैक्सीबिलिटी। फ्लैक्सीबिलिटी मतलब चेंज होना। Organization structure should be flexible to incorporate changes in the nature of business and technological innovations. It should not be rigid. ਜਿਹੜੀ ਸਾਡੀ ऑर्गेनाइजेशन ਆ ਇਹਦੇ 'ਚ ਇਹ ਆ ਕਿ ਇਹ फ्लैक्सीबल होनी चाहिए, मतलब ਜਿਹਨੂੰ ਅਸੀਂ चेंज कर ਸਕੀਏ चाहे बिजनेस की नेचर नूं या टैक्नोलॉजिकल इनोवेशनस जिहड़ियां नवीं तकनीक्स आ रही ने उहदे नाल। ठीक है, सो ये रिजिड नहीं होनी चाहिए। नैक्सट हैगा प्रिंसीपल ऑफ सिंपलिसिटी। ऑर्गेनाइजेशन स्ट्रक्चर शुड बी सिंपल सो दैट एवरीवन इज़ क्लीयर अबाउट हिज रोल एंड पोजीशन इन द ऑर्गेनाइजेशन। ऑर्गेनाइजेशन की स्ट्रक्चर मतलब बनतर इन्नी सिंपल होनी चाहिए कि हर एक परसन नूं ऑर्गेनाइजेशन दे विच आपदा रोल ते आपदी पोजीशन पता होवे। इट विल हैल्प इन द स्मूथ वर्किंग ऑफ द ऑर्गेनाइजेशन बिकॉज नो वन विल बी कन्फ्यूजड। सो इहदे नाल काम बहुत आसानी नाल ते स्मूथली चली जाऊगा ते कोई भी परसन कन्फ्यूज नहीं होगा। नैक्सट हैगा इहदा 11th पॉइंट प्रिंसीपल ऑफ एक्सैप्शन। एक्सैप्शन की हुंदा, दिस प्रिंसीपल स्टेट्स दैट टॉप लैवल मैनेजमेंट शुड नॉट इंटरफेयर इन द रूटीन मैटर्स। डेली बेसिस के कामां दे विच जिहड़ी टॉप मैनेजमेंट आ ओह दखलअंदाजी ना करे। ऑल रूटीन मैटर्स शुड बी टेकन एट लोअर लैवल। जो भी रूटीन मैटर ने, रूटीन दे डेली के मुद्दे ने वो सारा लोअर लैवल ही की करे, उन्होंने हैंडल करे। इंटरफेरेंस ऑफ द टॉप लैवल शुड बी इन एक्सैप्शनल केसिस। हाँ, कुछ केसिस दे विच टॉप लैवल मैनेजमेंट की दखलअंदाजी हो सकती है ओनली वैन समथिंग गोज़ रॉन्ग। जे कुछ बहुत ही ज़्यादा गलत हो जाए तो टॉप मैनेजमेंट की करे, दखलअंदाजी करे, अदरवाइज लोड़ नहीं है। ठीक है, द बेसिस ऑफ दिस प्रिंसिपल इज़ टू अलाउ द टॉप लैवल टू कंसनट्रेट ऑन प्लैनिंग एंड पॉलिसी फॉर्मूलेशन। ये दस्या गया कि जी टॉप लैवल मैनेजमेंट आ वो वध तो वध आपदा कंसनट्रेशन मतलब फोकस करे तो करे भी असी प्लैनिंग किमें करनी है तो पॉलिसीज़ किमें फॉर्मूलेट करनी है। नैक्सट देखो 12th इहदा हैगा प्रिंसीपल, वो है प्रिंसीपल ऑफ कॉन्टीन्यूटी। चेंज इज़ द लॉ ऑफ नेचर। ठीक है, कुदरत का एक कानून आ भी चेंज हर एक चीज़ होंगी आ। देयरफॉर ऑर्गेनाइजेशन स्ट्रक्चर शुड बी डायनेमिक
ਐਂਡ ਨੋਟ ਸਟੈਟਿਕ ਟੂ ਮੇਕ ਨੈਸੈਸਰੀ ਐਡਜਸਟਮੈਂਟਸ ਅਕੋਰਡਿੰਗ ਟੂ ਚੇਂਜ। ਸੋ ਜੇ ਕੋਈ ਚੇਂਜ ਹੁੰਦੀ ਆ ਤਾਂ ਅਸੀਂ ਕੀ ਕਰ ਸਕੀਏ, ਨਾਲ ਦੀ ਨਾਲ ਵਿੱਚ ਐਡਜਸਟ ਕਰ ਸਕੀਏ। ਇੱਦਾਂ ਨਾ ਹੋਵੇ ਸਾਡੀ ਆਰਗੇਨਾਈਜੇਸ਼ਨ ਦੀ ਸਟਰਕਚਰ 'ਚ ਕੋਈ ਚੇਂਜ ਹੀ ਨਾ ਹੋ ਸਕੇ, ਠੀਕ ਆ। ਸੋ ਇਹਦੇ ਵਿੱਚ ਅਸੀਂ ਸਮੇਂ-ਸਮੇਂ 'ਤੇ ਐਡਜਸਟਮੈਂਟਸ ਕਰ ਸਕੀਏ। 13th ਪ੍ਰਿੰਸੀਪਲ ਇਹਦਾ ਹੈ ਪ੍ਰਿੰਸੀਪਲ ਆਫ ਆਰਡਰ। ਇਹਦੇ 'ਚ ਕੀ ਆ, ਆਰਡਰ ਮੀਨਸ ਸਿਸਟਮੈਟਿਕ, ਠੀਕ ਆ। ਸਿਸਟਮੈਟਿਕ ਮਤਲਬ ਸਟੈਪ ਬਾਏ ਸਟੈਪ, ਜਾਂ ਆਪਾਂ ਸੀਕੁਐਂਸ ਜਿਹਨੂੰ ਕਹਿ ਦਿੰਦੇ ਹਾਂ। ਦੇयर ਸ਼ੁੱਡ ਬੀ ਸਿਸਟਮੈਟਿਕ ਵੇ ਆਫ ਪਰਫੋਰਮੈਂਸ ਪਲੇਸ ਫॉर एवरीवन इन द ऑर्गेनाइजेशन। हर एक पर्सन के लिए एक सिस्टमैटिक परफॉर्मेंस का या ਉਹਦੀ जगह का एक जिवें आपां कहिए तरीका होना चाहिए। डिस्क्रिमिनेशन शुड नॉट बी देयर फॉर एलोकेशन ऑफ ड्यूटीज़ एंड रिस्पॉन्सिबिलिटीज़। किसी भी परसन के नाल डिस्क्रिमिनेशन की हुंदा, भेदभाव करना ड्यूटीज़ वंडदे समय या रिस्पॉन्सिबिलिटी दिंदे समय कोई भी डिस्क्रिमिनेशन नहीं होनी चाहिए। देयर शुड बी राइट मैन एट अ राइट जॉब। सही परसन ਨੂੰ ਹੀ ਸਹੀ ਜੌਬ ਤੇ ਰੱਖਣਾ ਚਾਹੀਦਾ। ਲਾਸਟ ਦੇਖੋ ਪ੍ਰਿੰਸੀਪਲ ਸਕੇਲਰ ਪ੍ਰਿੰਸੀਪਲ। ਸਕੇਲਰ ਚੇਨ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ। ਸਕੇਲਰ ਚੇਨ ਕੀ ਹੁੰਦੀ ਹੈ, ਰੈਫਰਸ ਟੂ ਦਾ ਚੇਨ ਆਫ ਸੁਪੀਰੀਅਰਸ ਰੇਂਜਿੰਗ ਫਰੋਮ ਦਾ ਅਲਟੀਮੇਟ ਅਥਾਰਟੀ, ਮਤਲਬ ਟॉप टू द ਲੋਐਸਟ ਰੈਂਕਸ ਲਾਈਕ ਲੋਅਰ ਲੈਵਲ। ਸਕੇਲਰ ਚੇਨ ਕਿਹੜੀ ਹੁੰਦੀ ਆ, ਜਿਹਦੇ ਸੁਪੀਰੀਅਰਸ ਤੋਂ ਸ਼ੁਰੂ ਹੁੰਦੀ ਆ ਟॉप ਲੈਵਲ ਤੋਂ ਤੇ ਲੋਅਰ ਲੈਵਲ ਤੇ ਆ ਕੇ ਖਤਮ ਹੁੰਦੀ ਆ। ਸਟਰਕਚਰ ਆਫ ਆਰਗੇਨਾਈਜੇਸ਼ਨ ਸ਼ੁੱਡ ਬੀ ਕਲੀਅਰਲੀ ਲੇ ਡਾਊਨ। ਜਿਹੜੀ ਸਟਰਕਚਰ ਆ ਜਾਂ ਆਰਗੇਨਾਈਜੇਸ਼ਨ ਦੀ ਬਣਤਰ ਆ ਉਹ ਬਹੁਤ ਹੀ ਕਲੀਅਰਲੀ ਬਣਾਈ ਹੋਣੀ ਚਾਹੀਦੀ ਆ। ਇਟ ਸ਼ੁੱਡ ਫੈਸਿਲੀਟੇਟ ਡੈਲੀਗੇਸ਼ਨ ਐਂਡ ਅਥਾਰਟੀ, ਡੈਲੀਗੇਸ਼ਨ ਆਫ ਅਥਾਰਟੀ ਐਂਡ ਅਸਾਈਨਿੰਗ ਰਿਸਪੌਂਸਿਬਿਲਿਟੀਜ਼। ਫੈਸਿਲੀਟੇਟ ਦਾ ਮਤਲਬ ਹੁੰਦਾ ਹੈਲਪ ਕਰਨਾ। ਸੋ ਜਿਹੜੀ ਸਕੇਲਰ ਚੇਨ ਹੋਊਗੀ ਇਹ ਕਾਹਦੇ ਵਿੱਚ ਹੈਲਪ ਕਰੂਗੀ, ਅਥਾਰਟੀ ਨੂੰ ਡੈਲੀਗੇਟ ਕਰਨ ਦੇ ਵਿੱਚ ਹੈਲਪ ਕਰੂਗੀ ਤੇ ਰਿਸਪੌਂਸਿਬਿਲਿਟੀਜ਼ ਨੂੰ ਅਸਾਈਨ ਕਰਨਾ ਮਤਲਬ ਵੰਡਣ ਦੇ ਵਿੱਚ ਵੀ ਹੈਲਪ ਕਰੂਗੀ, ਠੀਕ ਆ।